ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਦੀਪ ਸਿੰਘ। ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦਿੱਲੀ ਦੀ ਗੱਲ ਕਰਾਂ ਤਾਂ ਅੰਕੜਾ ਹਰ ਰੋਜ਼ ਵਧ ਰਿਹਾ ਹੈ। ਕਈ ਤਰ੍ਹਾਂ ਦੀਆਂ ਉਦਾਹਰਨਾਂ ਤੁਹਾਨੂੰ ਦੇਖਣ ਨੂੰ ਮਿਲੀਆਂ ਹੋਣਗੀਆਂ, ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਕਿ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਉਹਨਾਂ ਦੇ ਆਪਣਿਆਂ ਨੇ ਵੀ ਉਹਨਾਂ ਨੂੰ ਲੈਣ ਤੋਂ ਮਨਾ ਕਰ ਦਿੱਤਾ, ਉਹਨਾਂ ਦਾ ਸੰਸਕਾਰ ਨਹੀਂ ਕੀਤਾ। ਹਾਲਾਂਕਿ ਡਾਕਟਰਸ ਕਹਿੰਦੇ ਨੇ ਕਿ ਇਹਨਾਂ ਦਾ ਸਰਕਾਰ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਤਾਂ ਜੋ ਕਰੋਨਾ ਵਾਇਰਸ ਕਿਸੇ ਨੂੰ ਨਾ ਹੋ ਸਕੇ। ਪਰ ਉੱਥੇ ਜਤਿੰਦਰ ਸਿੰਘ ਸ਼ੰਟੀ ਹੋਣੀ ਅੱਗੇ ਆਏ ਕਿਉਂਕਿ 200 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਸੀ ਜਿਹੜੇ ਉਹਨਾਂ ਨੇ ਸੰਸਕਾਰ ਕੀਤੇ। ਪਰ ਹੁਣ ਜਤਿੰਦਰ ਸਿੰਘ ਸ਼ੰਟੀ ਹੋਣਾ ਦਾ ਆਪਣਾ ਪਰਿਵਾਰ ਵੀ ਕਰੋਨਾ ਵਾਇਰਸ ਦੀ ਜਕੜ ਦੇ ਵਿੱਚ ਆ ਚੁੱਕਾ ਹੈ। ਸ਼ੰਟੀ ਜੀ ਸਾਡੇ ਨਾਲ ਨੇ। ਇਹ ਬੀਜੇਪੀ ਦੇ ਸਾਬਕਾ ਵਿਧਾਇਕ ਵੀ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ। ਸ਼ਹੀਦ ਭਗਤ ਸਿੰਘ ਸੇਵਾ ਦਲ ਇਹਨਾਂ ਦੀ ਸੰਸਥਾ ਹੈ ਅਤੇ ਉਸ ਦੇ ਤਹਿਤ ਹੀ ਆਪਣੀਆਂ ਐਂਬੂਲੈਂਸ ਦੇ ਵਿੱਚ ਲਿਜਾ ਕੇ ਉਹਨਾਂ ਮਰੀਜ਼ਾਂ ਦਾ ਸੰਸਕਾਰ ਕੀਤਾ 200 ਤੋਂ ਵੱਧ। ਪਰ ਹੁਣ ਜਤਿੰਦਰ ਸਿੰਘ ਸ਼ੰਟੀ ਹੋਣਾ ਦੇ ਆਪ ਵੀ ਕਰੋਨਾ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ ਅਤੇ ਇਹਨਾਂ ਦਾ ਪਰਿਵਾਰ। ਸ਼ੰਟੀ ਜੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਸ਼ੰਟੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਇਹੀ ਪੁੱਛਣਾ ਚਾਹੂੰਗਾ ਕਿ ਤੁਹਾਡੀ ਸਿਹਤ ਠੀਕ ਹੈ ਕਿਉਂਕਿ ਪੋਜ਼ਿਟਿਵ ਆਏ ਹੋ ਤੁਸੀਂ? ਸੱਚ ਗੱਲ ਹੈ ਜੀ ਕਿ ਅੱਜ 6ਵਾਂ ਦਿਨ ਹੈ, ਸਾਨੂੰ ਤੋੜਤਾ ਇਸ ਬੁਖਾਰ ਨੇ ਪੂਰੇ ਪਰਿਵਾਰ ਨੂੰ। ਪਹਿਲੇ ਮੈਂ, ਮੇਰੀ ਮਿਸਿਸ ਤੇ ਮੇਰਾ ਛੋਟਾ ਬੇਟਾ ਸੀਗਾ। ਪਰਸੋਂ ਮੇਰਾ ਵੱਡਾ ਬੇਟਾ ਮਨੀਸ਼ਪਾਲ ਸਿੰਘ ਉਹ ਵੀ ਪੋਜ਼ਿਟਿਵ ਆ ਗਿਆ ਜੀ। ਤੇ ਚਾਰੋਂ ਹੀ ਬੰਦੇ ਅਲੱਗ-ਅਲੱਗ ਕਮਰੇ 'ਚ ਆਈਸੋਲੇਟ ਹੋ ਕੇ ਪਏ ਹੋਏ ਆ। ਬੁਖਾਰ ਬਹੁਤ ਵੱਧ ਵੀ ਜਾਂਦਾ ਹੈ, ਫਿਰ ਥੋੜਾ ਘਟਦਾ ਹੈ, ਫਿਰ ਵੱਧ ਜਾਂਦਾ ਹੈ। ਕੁੱਲ ਮਿਲਾ ਕੇ ਹਜੇ ਸਥਿਤੀ ਠੀਕ ਨਹੀਂ ਹੈ ਜੀ। ਰਾਤੀ ਕਈ ਵਾਰ ਕੰਪਲੀਕੇਸ਼ਨਸ ਵੀ ਹੋ ਜਾਂਦੀਆਂ ਨੇ, ਕਦੀ ਲੂਜ਼ ਮੋਸ਼ਨ ਹੋ ਜਾਂਦੇ ਨੇ, ਇਹਦੇ ਸਾਈਡ ਇਫੈਕਟ ਵੀ ਬਹੁਤ ਹੈਗੇ ਨੇ। ਤੇ ਹਜੇ ਆਪਣੇ ਆਪ ਨੂੰ 25% ਵੀ ਅੱਛਾ ਨਹੀਂ ਸਮਝ ਰਹੇ ਜੀ। ਤੁਸੀਂ ਆਪਣੇ ਘਰ ਦੇ ਵਿੱਚ ਹੀ ਆਈਸੋਲੇਟ ਹੋ? ਹਾਂਜੀ, ਅਸੀਂ ਸਾਰੇ ਆਪਣੇ ਘਰ 'ਚ ਹੀ ਹੈਗੇ ਜੀ, ਅਲੱਗ-ਅਲੱਗ ਕਮਰੇ 'ਚ ਆ ਸਾਰੇ। ਸ਼ੰਟੀ ਜੀ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਪੋਜ਼ਿਟਿਵ ਹੋ ਗਿਆ? ਹਾਲਾਂਕਿ ਤੁਸੀਂ ਤਾਂ ਕਰੋਨਾ ਦੇ ਵਿੱਚ ਹੀ ਰਹੇ ਹੋ ਕਿਉਂਕਿ ਐਂਬੂਲੈਂਸ ਤੁਹਾਡੀਆਂ ਹੀ, ਤੁਸੀਂ ਆਪ ਲੈ ਕੇ ਜਾਂਦੇ ਰਹੇ ਹੋ ਜੋ ਵੀਡੀਓਜ਼ ਦੇ ਵਿੱਚ ਅਸੀਂ ਦੇਖਿਆ। ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਕਰੋਨਾ ਮੈਨੂੰ ਵੀ ਹੋ ਗਿਆ? ਮੈਂ 7-8 ਦਿਨ ਪਹਿਲੇ, 10 ਦਿਨ ਪਹਿਲੇ ਵੈਸੇ ਚੈੱਕ ਕਰਾਇਆ ਸੀ ਰੂਟੀਨ 'ਚ ਤੇ ਮੇਰਾ ਨੈਗੇਟਿਵ ਆਇਆ ਸੀ ਜੀ। ਲੇਕਿਨ ਮੇਰੀ ਮਿਸੀ ਦਾ ਤੇ ਬੇਟੇ ਦਾ ਬੁਖਾਰ ਨਹੀਂ ਟੁੱਟ ਰਿਹਾ ਸੀ ਤੇ ਮੈਂ ਕਿਹਾ ਚਲੋ ਇੱਕ ਵਾਰ ਟੈਸਟ ਕਰਾ ਦਈਏ ਆਪਾਂ ਕਰੋਨੇ ਦਾ। ਫਿਰ ਦੁਬਾਰਾ ਉਹਨਾਂ ਦਾ ਕਰਾਉਣ ਗਿਆ ਤੇ ਬੱਚੇ ਕਹਿਣ ਲੱਗੇ ਤੁਸੀਂ ਵੀ ਕਰਾ ਲਓ। ਮੈਂ ਵੀ ਕਰਾਇਆ ਜੀ ਤੇ ਤਿੰਨਾਂ ਦਾ ਪੋਜ਼ਿਟਿਵ ਆ ਗਿਆ ਜੀ। ਹੁਣ ਪਰਸੋਂ ਬੇਟੇ ਵੱਡੇ ਦਾ ਚੈੱਕ ਕਰਾਇਆ, ਉਹਦਾ ਵੀ ਪੋਜ਼ਿਟਿਵ ਆ ਗਿਆ ਜੀ। ਤੇ ਮੈਨੂੰ ਲੱਗਿਆ ਕਿ ਜਦ ਇਨਫੈਕਸ਼ਨ ਆਈ ਹੈ ਤਾਂ ਹੁਣ ਨੈਚੁਰਲੀ ਪੂਰੇ ਪਰਿਵਾਰ 'ਚ ਹੀ ਆਣੀ ਹੈ। ਤੇ ਮੈਨੂੰ ਟੈਸਟ ਕਰਾਉਣ ਤੇ ਪਤਾ ਲੱਗਿਆ ਜੀ। ਤਾਂ ਕੀ ਲੱਛਣ ਕੀ ਹੁੰਦੇ ਨੇ? ਕਈ ਵਾਰ ਕਹਿੰਦੇ ਨੇ ਕਿ ਇਸ ਦੇ ਲੱਛਣ ਨਹੀਂ ਹੁੰਦੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੱਛਣ ਹੈ, ਤੁਹਾਡੇ ਪਰਿਵਾਰ ਨੂੰ, ਤੁਹਾਡੀ ਮਿਸਿਸ ਨੂੰ, ਤੁਹਾਡੇ ਬੇਟਿਆਂ ਨੂੰ ਕੋਈ ਲੱਛਣ ਹੈ? ਤੁਹਾਨੂੰ ਹੈ ਕੋਈ ਲੱਛਣ? ਬਿਲਕੁਲ ਜੀ। ਸ਼ੁਰੂਆਤ ਜਦੋਂ ਹੋਈ ਹੈ ਤੇ ਸਰੀਰ ਟੁੱਟਣ ਲੱਗ ਗਿਆ ਸੀ 2 ਦਿਨ ਔਰ ਬੁਖਾਰ ਰਹਿਣਾ ਲੱਗ ਗਿਆ 101.5। ਉਸ ਤੋਂ ਬਾਅਦ ਗਲੇ 'ਚ ਖਰਾਸ਼ ਤੇ ਜਸਟ ਲਾਈਕ ਜਿਵੇਂ ਕਫ ਹੁੰਦਾ ਇਸ ਤਰ੍ਹਾਂ ਲੱਗਣ ਲੱਗ ਗਿਆ। ਹੁਣ ਜਿਸ ਦਿਨ ਦਾ ਡਿਕਲੇਅਰ ਹੋਇਆ ਫਿਰ ਅਲੱਗ-ਅਲੱਗ ਕੰਪਲੀਕੇਸ਼ਨਸ ਆਉਣ ਲੱਗ ਗਈਆਂ ਸਾਨੂੰ, ਜਿਵੇਂ ਲੂਜ਼ ਮੋਸ਼ਨ ਸ਼ੁਰੂ ਹੋ ਗਏ, ਬੰਦ ਨਾ ਹੋਣ। ਮਤਲਬ ਇਹ ਸਮਝ ਲਓ ਕਿ ਸਰੀਰ ਅੰਦਰੋਂ ਖਤਮ ਜਿਹਾ ਕਰਤਾ ਜੀ ਇਹਨੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਦੁੱਖ ਨਹੀਂ ਦੇਖਿਆ ਜੀ ਜੋ ਮੈਂ 6 ਦਿਨ ਦੇ ਵਿੱਚ ਦੇਖਿਆ। ਔਰ ਕਿਉਂਕਿ ਚਲੋ ਬੱਚੇ ਆ, ਉਹਨਾਂ ਦੀ ਉਮਰ ਤੇ ਛੋਟੀ ਹੈ, ਅਜੇ ਨਹੀਂ ਹੋ ਸਕਦਾ ਉਹਨਾਂ ਦੀ ਇਮਿਊਨਿਟੀ ਪਾਵਰ ਜ਼ਿਆਦਾ ਹੋਵੇ। ਪਰ ਮੈਂ ਕਿਉਂਕਿ ਮੈਂ ਡਾਇਬਟਿਕ ਵੀ ਹਾਂ, BP ਦਾ ਪੇਸ਼ੈਂਟ ਵੀ ਹਾਂ, ਤੇ ਮੈਨੂੰ ਬੜੀ ਔਖੀ ਘੜੀ ਕੱਢਣੀ ਪਈ ਹੈ ਜੀ। ਮੈਂ ਵਾਹਿਗੁਰੂ ਜਾਣਦਾ ਕਿ ਬਸ ਕਿਵੇਂ ਕੱਢਿਆ ਜੇ ਟਾਈਮ, ਤੇ ਅੱਗੇ ਕਿੰਨਾ ਔਖਾ ਕੱਢਣਾ ਅਜੇ ਪਤਾ ਨਹੀਂ ਹੈ। ਅਸੀਂ ਤਾਂ ਦੁਆਵਾਂ ਇਹੀ ਕਰਦੇ ਸ਼ੰਟੀ ਜੀ ਕਿ ਤੁਸੀਂ ਜਲਦੀ ਠੀਕ ਹੋਵੋ ਤੇ ਦੁਬਾਰਾ ਤੋਂ ਸੇਵਾ ਕਰੋ ਜੋ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹੋ। ਥੈਂਕ ਯੂ। ਤੁਹਾਨੂੰ ਆਪਣੀ ਥੋੜੇ ਸੰਸਥਾ ਬਾਰੇ ਦੱਸੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਉੱਭਰ ਕੇ ਆਈ। ਹਾਲਾਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਦੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਮਦਦ ਕਰ ਰਹੇ ਹੋ। ਪਰ ਇਸ ਕਰੋਨਾ ਦੇ ਵਿੱਚ ਮੇਨਲੀ ਕੰਮ ਜਿਹੜਾ ਤੁਸੀਂ ਕੀ ਕੀਤਾ ਤੇ ਲੋਕਾਂ ਦੀ ਸੇਵਾ ਕਿੱਦਾਂ ਕੀਤੀ? ਦੇਖੋ, ਜਿਹੜੀ ਸਾਡੀ ਸੰਸਥਾ ਹੈ ਇਹ 1995 ਦੇ ਵਿੱਚ ਫਾਊਂਡ ਹੋਈ ਸੀ ਜੀ। ਔਰ ਹੋਈ ਕਿਉਂ ਸੀ ਇਹਦੀ ਵੀ ਇੱਕ ਵਜ੍ਹਾ ਸੀ। ਜਿਵੇਂ ਅੱਜ ਤੁਸੀਂ ਮੈਨੂੰ ਕਰੋਨਾ ਕਰਕੇ ਮਿਲੇ ਹੋ ਨਾ, ਜਿਵੇਂ ਤੁਸੀਂ ਆਪੇ ਕਿਹਾ ਕਰੋਨਾ ਕਰਕੇ ਜਾਣਦੇ ਹੋ। ਜੀ। 95 ਦੇ ਵਿੱਚ ਦਿੱਲੀ ਦੇ ਸ਼ਮਸ਼ਾਨ ਘਾਟ ਤੇ ਨਿਗਮ ਬੋਧ ਤੇ ਮੈਂ ਇੱਕ ਐਸੇ ਬੰਦੇ ਨੂੰ ਲੋਕਾਂ ਦੀ ਲਾਸ਼ਾਂ ਦੀਆਂ ਜਲੀਆਂ ਹੋਈਆਂ ਲੱਕੜੀਆਂ ਚੁੱਕਦੇ ਹੋਏ ਦੇਖਿਆ
ਜਿਹਦੇ ਕੋਲ ਆਪਣੇ ਬੱਚੇ ਦੇ ਸੰਸਕਾਰ ਵਾਸਤੇ ਪੈਸੇ ਨਹੀਂ ਸੀ। ਟੁਕੜੇ ਬਚ ਜਾਂਦੇ ਜਿਹੜੇ ਸਾਈਡਾਂ ਤੇ ਚਿਤਾ ਦੇ, ਉਹ ਚਿਤਾ ਤੋਂ ਲੱਕੜਾਂ ਚੱਕ ਰਿਹਾ ਸੀ। ਮੈਨੂੰ ਲੱਗਾ ਇਹ ਚੋਰੀ ਕਰ ਰਿਹਾ ਸ਼ਾਇਦ। ਉਹ ਕਹਿੰਦਾ ਨਹੀਂ ਜੀ ਮੈਂ ਚੋਰੀ ਨਹੀਂ ਕਰ ਰਿਹਾ, ਮੈਂ ਤੇ ਬਾਹਰੋਂ ਆਇਆ, ਮੇਰਾ ਬੱਚਾ ਮਰ ਗਿਆ, ਪੈਸੇ ਨਹੀਂ ਹੈ, ਕਿੱਥੋਂ ਲੈਵਾਂ। ਉਸ ਦਿਨ ਝਟਕਾ ਲੱਗਾ ਕਿ ਮੇਰੇ ਨਾਲ ਇੱਕ ਦੋ ਦੋਸਤ ਹੈਗੇ ਸੀ। ਮੈਂ ਕਿਹਾ ਦਿੱਲੀ ਵਰਗੇ ਸ਼ਹਿਰ 'ਚ ਰਾਸ਼ਟਰੀ ਰਾਜਧਾਨੀ ਹੈ ਜੀ, ਕਰੋੜਾਂ ਰੁਪਏ ਲੋਕੀ ਆਪਣੇ ਬੱਚੇ ਦੀ ਸ਼ਾਦੀ ਤੇ ਲਾਉਂਦੇ ਆ, ਕਰੋੜ ਰੁਪਏ ਦੀ ਕਾਰ 'ਚ ਚੱਲਦੇ ਆ, ਜਨਮ ਦਿਨ ਮਨਾਉਂਦੇ ਆ, ਕੋਠੀਆਂ ਬਣਾਉਂਦੇ ਆ, ਲੇਕਿਨ ਉੱਥੇ ਦਿੱਲੀ 'ਚ ਬੰਦੇ ਕੋਲ ਲੱਕੜ ਦੇ ਪੈਸੇ ਨਾ ਹੋਣ, ਜਵਾਨ ਬੇਟੇ ਦੀ ਲਾਸ਼ ਦੇ ਸਾੜਨ ਦੇ ਪੈਸੇ ਨਾ ਹੋਣ। ਉਹ ਮੇਰੀ ਸ਼ੁਰੂਆਤ ਸੀ ਜੀ। 1995 'ਚ ਸ਼ਹੀਦ ਭਗਤ ਸਿੰਘ ਸੇਵਾ ਦਲ ਦਾ ਅਸੀਂ ਪੱਥਰ ਰੱਖਿਆ, ਇਨੋਗ੍ਰੇਸ਼ਨ ਕੀਤੀ। ਔਰ ਜਦੋਂ ਇਸ ਲਾਈਨ 'ਚ ਮੈਂ ਆਇਆ, ਪਹਿਲੇ ਮੈਂ ਸੰਸਕਾਰ ਦਾ ਕੰਮ ਸ਼ੁਰੂ ਕੀਤਾ ਸੀ, ਸਿਰਫ ਸੰਸਕਾਰ ਜੀ। 22 ਸ਼ਮਸ਼ਾਨ ਘਾਟ ਮੈਂ ਅਡਾਪਟ ਕੀਤੇ। ਕਈਆਂ ਨੇ ਕਿਹਾ ਪੋਲੀਟੀਕਲ ਸਟੰਟ ਹੈ, ਕਈਆਂ ਨੇ ਕਿਹਾ ਜੀ ਪੈਸੇ ਵੈਸੇ ਇਕੱਠੇ ਕਰਨਗੇ, ਜਿੰਨੇ ਦੁਨੀਆ ਉਹਨੇ ਗੱਲਾਂ। ਪਰ ਉਹ ਕਿਸੇ ਨੇ ਆਖਿਆ ਕਿ ਸੇਵਾ ਦੇਸ਼, ਧਰਮ ਤੇ ਸਮਾਜ 'ਚ ਬੜੀ ਔਖੀ ਗੱਲਾਂ ਕਰਨੀਆਂ ਬੜੀਆਂ ਸੁਖਲੀਆਂ ਨੇ। ਜਿਹਨਾਂ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ। ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਤਿਆਰ ਰਹਿਣਾ। ਮੈਂ ਦੂਸਰਾ ਮੰਜ਼ਰ ਇਹ ਵੀ ਦੇਖਿਆ ਜਦੋਂ ਅਸੀਂ ਸੰਸਕਾਰ ਵਾਲੀ ਲਾਈਨ 'ਚ ਗਏ ਕਿ ਕਿਸੇ ਦੀ ਡੈਥ ਹੋ ਜਾਏ ਹਸਪੀਟਲ 'ਚ, ਦਿੱਲੀ ਵਰਗੇ ਸ਼ਹਿਰ 'ਚ ਵੱਡੇ ਵੱਡੇ ਹਸਪੀਟਲ, ਅਪੋਲੋ, ਮੈਕਸ, ਫਲਾਣਾ ਫਲਾਣਾ, ਜਦੋਂ ਪੇਸ਼ੈਂਟ ਲੈ ਕੇ ਜਾਓਗੇ ਤਾਂ ਉਹਨਾਂ ਦੀ ਐਂਬੂਲੈਂਸ ਆਉਂਦੀ ਹੈ, ਉਹਦਾ 10,000 ਰੁਪਏ ਚਾਰਜ ਕਰਦੇ ਨੇ, ਲੱਖਾਂ ਰੁਪਏ ਲੈ ਲੈਂਦੇ ਨੇ। ਜਦੋਂ ਬੰਦਾ ਮਰ ਜਾਏ ਤੇ ਲਾਸ਼ ਘਰ ਲਿਜਾਣੀ ਹੋਏ ਤੇ ਕਹਿਣਗੇ ਗੱਡੀ ਆਪਣੀ ਲਿਆਓ ਜੀ, ਕਿਰਾਏ ਦੀ ਲਿਆਓ ਜੀ। ਠੀਕ। ਤੇ ਮੈਨੂੰ ਸਮਝ ਆਇਆ ਕਿ ਯਾਰ ਸਰਕਾਰੀ ਹਸਪਤਾਲਾਂ ਦੇ ਵਿੱਚ ਤੇ ਡੈਡ ਬੜੀਆਂ ਰੁਲਦੀਆਂ ਪਈਆਂ ਨੇ। ਕੋਈ ਸਬਜ਼ੀ ਦੀ ਰੇਹੜੀ ਤੇ ਲੈ ਕੇ ਜਾ ਰਿਹਾ ਹੈ, ਕੋਈ ਰਿਕਸ਼ੇ ਤੇ ਲਿਜਾ ਰਿਹਾ ਹੈ। ਮੈਂ 1996 ਵਿੱਚ ਮੇਰੀ ਸੋਚ ਆਈ ਸੀ, ਔਰ ਮੈਂ ਪਹਿਲਾ ਸ਼ਵ ਵਾਹਨ ਜਿਹਨੂੰ ਡੈਡ ਬੋਡੀ ਵਾਲੀ ਗੱਡੀ ਕਹਿੰਦੇ ਆ, ਉਹ ਬੜਾ ਬੁਲਾ ਗੱਡੀ ਖਰੀਦ ਕੇ ਤੇ ਮੈਂ ਕਪਿਲ ਦੇਵ ਕੋਲੋਂ ਉਹਦਾ ਇਨੋਗ੍ਰੇਸ਼ਨ ਕਰਾਇਆ। ਬਾਬਾ ਜੀ ਨੇ ਕਿਰਪਾ ਕੀਤੀ ਜੀ, ਸੇਵਾ ਚੱਲਦੀ ਰਹੀ ਜੀ। ਬਲੱਡ ਡੋਨੇਸ਼ਨ ਵੀ ਚੱਲਣ ਲੱਗ ਗਿਆ ਜੀ। 100 ਵਾਰੀ ਮੈਂ ਬਲੱਡ ਡੋਨੇਟ ਕੀਤਾ ਜੀ। ਮੇਰਾ ਵਰਲਡ ਬੁੱਕ ਆਫ ਰਿਕਾਰਡ ਹੀ ਨਾ ਹੈ, ਇੰਡੀਵਿਜੂਅਲੀ ਮੈਂ 100 ਵਾਰੀ ਬਲੱਡ ਕੀਤਾ। ਆਈ ਐਮ ਦਾ ਫਰਸਟ ਸਿੱਖ ਇਨ ਦਾ ਵਰਲਡ। ਬਿਲਕੁਲ ਸ਼ੰਟੀ ਜੀ, ਕਰੋਨਾ ਵਾਇਰਸ ਦੇ ਵਿੱਚ ਕਿੰਨੀਆਂ ਜਿਹੜੇ ਮਰੀਜ਼ ਸੀਗੇ, ਕਿੰਨੀਆਂ ਲਾਸ਼ਾਂ ਦਾ ਸੰਸਕਾਰ ਤੁਸੀਂ ਆਪਣੇ ਹੱਥੀਂ ਕੀਤਾ? ਜਿਵੇਂ ਹੀ ਕਰੋਨਾ ਸ਼ੁਰੂ ਹੋਇਆ ਜੀ, ਕਿਉਂਕਿ ਦਿੱਲੀ ਦੇ ਵਿੱਚ ਸਾਡੇ ਇਲਾਵਾ ਕਿਸੇ ਐਨਜੀਓ ਕੋਲ ਇੰਨੀਆਂ ਗੱਡੀਆਂ ਨਹੀਂ ਹੈ ਜੀ, ਮੇਰੇ ਕੋਲ 12 ਗੱਡੀਆਂ ਸੀ ਤੇ ਮੈਨੂੰ 3 ਡੀਐਮ ਦਾ ਲੈਟਰ ਆਇਆ ਅਲੱਗ-ਅਲੱਗ ਡਿਸਟ੍ਰਿਕਟ ਤੋਂ ਕਿ ਸ਼ੰਟੀ ਜੀ ਕਿਆ ਤੁਸੀਂ ਸਾਨੂੰ ਪੇਸ਼ੈਂਟ ਵਾਸਤੇ ਡੈਡ ਬੋਡੀ ਵਾਸਤੇ ਗੱਡੀਆਂ ਦੇ ਸਕਦੇ ਹੋ ਜੀ, ਐਂਬੂਲੈਂਸਸ। ਕਈ ਮੈਨੂੰ ਦੋਸਤਾਂ ਨੇ ਕਿਹਾ ਕਿ ਸ਼ੰਟੀ ਜੀ ਮੌਤ ਹੈ, ਕਰੋਨਾ ਦੇ ਨੇੜੇ ਜਾਓਗੇ ਮੌਤ ਹੈ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਦੇਖੋ ਜਜ਼ਬਾ ਔਰ ਜਨੂਨ ਜਦੋਂ ਹੁੰਦਾ ਨਾ ਉਸ ਬੰਦਾ ਮੌਤ ਨਹੀਂ ਦੇਖਦਾ। ਸਾਡੀ ਸੰਸਥਾ ਦਾ ਨਾਮ ਸ਼ਹੀਦ ਭਗਤ ਸਿੰਘ ਸੇਵਾ ਦਲ ਹੈ। ਭਗਤ ਸਿੰਘ ਨੇ 23 ਸਾਲ ਦੀ ਉਮਰ 'ਚ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਗਲੇ 'ਚ ਪਾਇਆ ਸੀ। ਉਹ ਚਾਹੁੰਦਾ ਤੇ ਉਹ ਵੀ ਆਪਣੇ ਬੱਚੇ ਪਾਲ ਸਕਦੇ ਸੀ, ਬਿਜ਼ਨਸ ਕਰ ਸਕਦੇ ਸੀ, ਰਾਜਨੀਤੀ ਕਰ ਸਕਦੇ ਸੀ। ਸਾਡੇ ਸਾਹਿਬਾਂ ਨੇ, ਸਾਡੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਵੰਸ਼ ਵਾਰਿਆ ਜੀ। ਜਜ਼ਬਾ ਸੀ ਇੱਕ। ਮੈਂ ਕਿਹਾ ਜੀ ਮੇਰਾ ਜਜ਼ਬਾ ਹੈ, ਮੇਰਾ ਜਜ਼ਬਾ ਹੈ, ਮੇਰਾ ਜਨੂਨ ਹੈ। ਮੈਂ ਹਾਂ ਕਰ ਰਿਹਾ ਸਰਕਾਰ ਨੂੰ, ਸਾਡੀ ਜਾਨ ਵੀ ਜਾ ਚਲੀ ਜਾਏ ਅਸੀਂ ਇਹਨੂੰ ਆਪਣੇ ਹੱਥੀਂ ਕਰਾਂਗੇ। ਔਰ ਸ਼ੁਰੂ 'ਚ ਕੀ ਹੋਇਆ ਕਿ ਕਈ ਡਰਾਈਵਰ ਘਬਰਾਏ ਵੀ ਜੀ। ਬੜੀ ਵੱਡੀ ਗੱਲ ਹੈ ਕਿ ਉਹ ਵੀ ਬਾਲ ਬੱਚੇਦਾਰ ਹੈ ਜੀ। ਉਹਨਾਂ ਦੀ ਘਬਰਾहट दूर करना से मैं क्या मैं गाड़ी लेके जाता हूँ, मैं चलाता हूँ, क्योंकि मैं बचपन तो पता नहीं मैं किन्ने हजार डेड बॉडी ढोती होनी मैं अपने हथी। जो 2-4-10 बाड़ियां मैं चक्कियां तो उन्होंने हौसला खुल गया, पीपी किट्टा पा के चक्कन लग गए। यह हिसाब लाओ कि कल तक मैं अज सवेरे देखा साडा डेली हिसाब आ जाता है 221 डेड बॉडियां करोना दियां असी चुकियां ने, कब्रिस्तान भी बचाइया ने, शमशान भी बचाइया ने। ਇਹ ਪਹਿਲਾ ਪਹਿਲੂ ਹੈ। ਦੂਜਾ ਪਹਿਲੂ ਪੇਸ਼ੈਂਟ, ਕਰੋਨਾ ਦੇ ਉਹ ਪੇਸ਼ੈਂਟ ਜਿਹਨੂੰ ਘਰੋਂ ਹਸਪੀਟਲ ਲੈ ਜਾਣਾ ਜਾਂ ਆਈਸੋਲੇਸ਼ਨ ਸੈਂਟਰ ਲੈ ਜਾਣਾ ਔਰ ਆਈਸੋਲੇਸ਼ਨ ਸੈਂਟਰ ਤੋਂ ਵਾਪਸ ਲਿਆਣਾ। ਇਹ ਤਕਰੀਬਨ 350 ਲੋਕਾਂ ਨੂੰ ਸੇਵਾ ਦਿੱਤੀ ਹੈ। ਇਹਦੇ ਇਲਾਵਾ 30 ਬੰਦੇ ਐਸੇ ਜਿਨ੍ਹਾਂ ਦੀ ਮੌਤ ਹੋਈ ਲੇਕਿਨ ਉਹਨਾਂ ਦੀ ਮਜਬੂਰੀ, ਉਹਨਾਂ ਦੇ ਪਰਿਵਾਰ ਦੀ ਕਿ ਘਰ 'ਚ ਡੈਥ ਹੋ ਗਈ ਹੈ, ਪੂਰਾ ਪਰਿਵਾਰ ਆਈਸੋਲੇਟ ਹੈ ਜੀ। ਸੰਸਕਾਰ ਕੌਣ ਕਰੇਗਾ ਜੀ? ਉਹ ਜਿੰਮਾ ਅਸੀਂ ਕੀਤਾ ਜੀ। ਇਦਾਂ ਦੀ ਉਦਾਹਰਣ ਵੀ ਦੇਖਣ ਨੂੰ ਮਿਲੀ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਆਪਣੀ ਦੇਹ ਨੂੰ ਜਿਹੜੇ ਆ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਨਹੀਂ ਸੰਸਕਾਰ ਕਰਾਂਗੇ। ਦੱਸ ਰਿਹਾ ਉੱਥੇ ਆ ਰਿਹਾ 7 ਕੇਸ ਆਏ ਜੀ ਮੇਰੇ ਕੋਲ, ਇੱਕ ਨਹੀਂ 7 ਕੇਸ। ਹਾਂ ਸਾਡੇ ਕੋਲ ਸਭ ਦੇ ਫਾਰਮ ਭਰੇ ਹੋਏ ਨੇ
ਜੀ ਅਸੀਂ ਕੋਈ ਵੀ ਕੰਮ ਇਲੀਗਲ ਨਹੀਂ ਕਰਦੇ ਔਰ ਰਿਕਾਰਡ ਰੱਖਣੇ ਆ ਉਹਦਾ। ਕੱਲ ਨੂੰ ਤੁਸੀਂ ਮੈਂ ਕਹਿ ਜੀ ਮੈਂ 30 ਬਾਡੀਆਂ ਸਾੜੀਆਂ, ਤੁਸੀਂ ਉਹ ਰਿਕਾਰਡ ਦਿਖਾ। ਬਿਲਕੁਲ ਬਿਲਕੁਲ। ਅੰਡਰਸਟੈਂਡ? ਮੈਂ ਰਿਕਾਰਡ ਰੱਖਿਆ ਹੋਇਆ ਹੈ। ਜਿਨ੍ਹਾਂ ਨੇ ਵੀ ਸਾਨੂੰ ਕਿਹਾ ਕਿ ਸਾਡੇ ਘਰਦਿਆਂ ਦਾ ਸੰਸਕਾਰ ਕਰ ਦਿਓ, ਅਸੀਂ ਕਹਿੰਦੇ ਜੀ ਇਹ ਫਾਰਮ ਭਰੋ, ਪਹਿਲੇ ਅੰਡਰਟੇਕਿੰਗ ਦਿਓ ਸਾਨੂੰ, ਓਕੇ। ਠੀਕ ਹੈ। ਅਸੀਂ ਅੰਡਰਟੇਕਿੰਗ ਲੈ ਕੇ ਸੰਸਕਾਰ ਕਰ ਦਿੰਦੇ ਹਾਂ ਜੀ। ਜਿਹੜੇ ਛੱਡ ਕੇ ਭੱਜ ਗਏ, ਉੱਥੇ ਅਸੀਂ ਮੋਰਚੀ ਵਾਲਿਆਂ ਦੇ ਸਾਈਨ ਕਰਾ ਲਏ, ਪੁਲਿਸ ਵਾਲਿਆਂ ਦੇ ਸਾਈਨ ਕਰਾ ਲਏ ਕਿ ਇਹਦਾ ਕੋਈ ਨਹੀਂ ਹੈ, ਸਾਈਨ ਕਰੋ, ਅਸੀਂ ਸੰਸਕਾਰ ਕਰਾਵਾਂਗੇ। ਔਰ ਮੈਂ ਆਪਣੇ ਹੱਥੀਂ ਕੀਤੇ ਆ ਜੀ ਸੰਸਕਾਰ ਸਾਰੇ। ਲੱਕੜਾਂ ਆਪਣੇ ਹੱਥ ਨਾਲ ਲਾਈਆਂ, ਆਪਣੇ ਹੱਥ ਨਾਲ ਬੰਬੂ ਲਾਇਆ ਜੀ। ਤੇ ਇਹ ਅੱਛਾ, ਬਾਬਾ ਜੀ ਨੇ 7 ਕੇਸ ਐਵੇਂ ਦੇ ਦੇਖਣ ਨੂੰ ਮਿਲੇ ਜਿਹੜੇ ਭੱਜ ਕੇ ਛੱਡ ਕੇ ਕਿ ਅਸੀਂ ਨਹੀਂ ਸਾਂਭਣਾ। ਬਿਲਕੁਲ ਉਹਨੇ ਕਿਹਾ ਜੀ ਅਸੀਂ ਸੰਸਕਾਰ ਤੇ ਨਾਲ ਵੀ ਨਹੀਂ ਜਾਣਾ, ਅਸੀਂ ਫੁੱਲ ਚੁਣਨ ਵੀ ਨਹੀਂ ਆਵਾਂਗੇ। ਅੱਛਾ, ਉਹ ਗਰੀਬ ਲੋਕ ਨਹੀਂ ਸੀ, ਬੜੀ ਮਜ਼ੇਦਾਰ ਗੱਲ ਹੈ। ਅੱਛਾ, ਉਹ ਗਰੀਬ ਨਹੀਂ ਸੀ। ਉਹ ਗਰੀਬ ਨਹੀਂ ਸੀ, ਉਹ ਅੱਛੇ ਠੀਕ ਠਾਕ ਪਰਿਵਾਰਾਂ ਦੇ ਸਨ। ਠੀਕ ਠਾਕ। ਤੁਹਾਡੇ ਹੋਰ ਵੀ ਜਿਵੇਂ ਤੁਹਾਡੇ ਨਾਲ ਸੰਸਥਾ ਦੇ ਵਿੱਚ ਸੇਵਾ ਕਰਦੇ ਨੇ, ਉਹ ਵੀ ਅਸੀਂ ਵੀਡੀਓਜ਼ ਦੇ ਵਿੱਚ ਦੇਖਿਆ ਕਿ ਆਪ ਗੱਡੀ ਚਲਾ ਰਹੇ ਨੇ ਕਿਤੇ, ਜਾਂ ਗੱਡੀ ਦੇ ਨਾਲ ਬੈਠੇ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਉਹ ਸਭ ਠੀਕ ਨੇ? ਮੇਰੇ ਇੱਕ ਚੌਕੀਦਾਰ, ਇੱਕ ਉਹਦੀ ਮਿਸਿਸ, ਮੇਰੇ ਜਿਹੜੇ ਪਾਰਕਿੰਗ ਹੈ ਸਾਡੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ, ਉੱਥੇ ਇੱਕ ਚੌਕੀਦਾਰ ਰੱਖਿਆ ਹੋਇਆ ਮੈਂ, ਗਾਰਡ ਹੈ ਉਹਦੀ ਮਿਸਿਸ, ਉਹ ਦੋਨੋਂ, ਇੱਕ ਉਹਨਾਂ ਦੀ ਬੱਚੀ, ਉਹ ਵੀ ਤਿੰਨੋਂ ਪੋਜ਼ਿਟਿਵ ਆਏ ਨੇ। ਬਾਕੀ ਸਾਡੇ ਬਾਬਾ ਜੀ ਦੀ ਕਿਰਪਾ ਨਾਲ ਸਟਾਫ, ਡਰਾਈਵਰ, ਮੇਰੇ ਮੈਂਬਰ ਸਾਰੇ ਸੇਫ ਹੈ ਜੀ। ਅੱਛਾ, ਅਸੀਂ ਵੀ ਪੱਤਰਕਾਰੀ ਕਰਦੇ ਰਹੇ ਹਾਂ, ਮਤਲਬ ਜਦੋਂ ਕਰੋਨਾ ਵਾਇਰਸ ਦਾ ਪੂਰਾ ਪ੍ਰਕੋਪ ਸੀ, ਵੈਸੇ ਤਾਂ ਚਲੋ ਹੁਣ ਵੀ ਹੈ, ਸਾਡੇ ਮਨਾਂ ਦੇ ਵਿੱਚ ਡਰ ਸੀ ਕਿ ਅਸੀਂ ਆਪਣੇ ਘਰ ਜਾਵਾਂਗੇ ਤਾਂ ਪਰਿਵਾਰ ਦੇ ਲਈ ਖਤਰਾ ਹੋ ਸਕਦਾ। ਕਦੀ ਸ਼ੰਟੀ ਜੀ ਤੁਹਾਡੇ ਦਿਮਾਗ 'ਚ ਨਹੀਂ ਆਇਆ ਕਿ ਮੈਂ ਤਾਂ ਕਰੋਨਾ ਦੇ ਵਿੱਚ ਰਹਿ ਰਿਹਾ ਤਾਂ ਮੇਰੇ ਪਰਿਵਾਰ ਨੂੰ ਹੋ ਸਕਦਾ, ਹਾਲਾਂਕਿ ਅੱਜ ਹੋ ਵੀ ਗਏ ਨੇ, ਪੋਜ਼ਿਟਿਵ ਨੇ, ਪਰ ਦਿਮਾਗ ਦੇ ਵਿੱਚ ਕੀ ਚੱਲਦਾ ਰਿਹਾ ਉਹਨਾਂ ਦਿਨਾਂ ਦੇ ਵਿੱਚ? ਨਹੀਂ, ਮੈਂ ਪ੍ਰੀਕਾਸ਼ਨ ਤੇ ਪੂਰੀ ਲੈਂਦਾ ਸੀ ਜੀ। ਮੈਂ ਪੀਪੀ ਕਿਟ ਪਾ ਕੇ ਜਾਂਦਾ ਸੀ ਗੱਡੀ, ਜਦੋਂ ਮੈਂ ਸ਼ਮਸ਼ਾਨ ਘਾਟ ਜਾਣਾ ਜਾਂ ਐਂਬੂਲੈਂਸ ਚਲਾ ਕੇ ਵਾਪਸ ਆਪਣੀ ਗੱਡੀ 'ਚ ਬਹਿਣਾ ਤੇ ਸੈਨੀਟਾਈਜ਼ ਕਰਨਾ ਆਪਣੇ ਆਪ ਨੂੰ, ਆਪਣੇ ਸ਼ੂਜ਼ ਵੀ ਸੈਨੀਟਾਈਜ਼ ਕਰਦਾ ਸੀ। ਪਤਾ ਨਹੀਂ ਰੱਬ ਦਾ ਭਾਣਾ ਵਰਤਿਆ ਕਿੱਥੋਂ ਕੋਈ ਵਾਇਰਸ ਆਇਆ। ਤੇ ਜਦੋਂ ਰੱਬ ਨੇ ਕੋਈ ਕਰਦੇ, ਮਿਨਿਸਟਰਾਂ ਨੂੰ ਹੋ ਗਿਆ ਜੀ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੋ ਗਿਆ ਜੀ, ਕੋਈ ਕੁਝ ਨਹੀਂ ਕਰ ਸਕਦਾ ਜੀ। ਤਾਂ ਹੁਣ ਪਰਿਵਾਰ ਨੂੰ ਹੋ ਗਿਆ, ਕੋਈ ਮਨ ਦੇ ਵਿੱਚ ਮਲਾਲ ਤਾਂ ਨਹੀਂ ਕਿ ਲੋਕਾਂ ਦੀ ਸੇਵਾ, ਲੋਕਾਂ ਨੂੰ ਬਚਾਉਂਦੇ ਜਾਂ ਲੋਕਾਂ ਦੀ ਸੇਵਾ ਕਰਦੇ ਕਰਦੇ ਆਪਣਾ ਪਰਿਵਾਰ ਵੀ ਦਾਅ ਤੇ ਲਾਤਾ? ਨਹੀਂ, ਬਿਲਕੁਲ ਨਹੀਂ ਜੀ। ਦੇਖੋ, ਬਲਕਿ ਮੇਰੇ ਮਨ 'ਚ ਆਇਆ ਹੈ ਗੱਲ। ਉਹ ਕਿਉਂ ਆਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਜੀ। ਕਿ ਜਦੋਂ ਤੱਕ ਮੈਂ ਕੰਮ ਕਰ ਰਿਹਾ ਸੀ, ਦਲੇਰੀ ਨਾਲ ਕਰ ਰਿਹਾ ਸੀ, ਔਰ ਮੈਂ ਸਾਰਿਆਂ ਨੂੰ ਇੱਕੋ ਹੀ ਕਹਿੰਦਾ ਸੀ ਕਿ ਸਾਡੇ ਮਹਾਰਾਜ ਨੇ ਕਿਹਾ ਕਿ ਜੇ ਕੋ ਪ੍ਰੇਮ ਖਿਲਨ ਕਾ ਚਾਓ, ਸਿਰ ਦਰ ਤਲੀ ਗਲੀ ਮੇਰੀ ਆਓ, ਇਹ ਤੁਮਾਰੇ ਪੈਰ ਧਰੀਜੇ, ਸਿਰ ਦੀਜੇ, ਕਾਂਡ ਨਾ ਕੀਜੇ। ਇਹਦੇ ਨਾਲ ਹੌਸਲਾ ਮਿਲਦਾ ਸੀ ਮੈਨੂੰ। ਅਸੀਂ ਸ਼ਬਦ ਵੀ ਪੜ੍ਹ ਕੇ ਨਿਕਲਦੇ ਸੀ ਸਵੇਰੇ। ਮਹਾਰਾਜ ਦੀ ਫੋਟੋ ਲਾਈ ਹੋਈ ਸੀ ਕਿ ਦੇਸ਼ ਸੇਵਾ ਬਰਮੋਹੇ ਹੈ। ਬਟ ਹੋਇਆ ਕਿ ਜਦੋਂ ਬੱਚੇ ਪੈ ਗਏ ਜੀ, ਮਿਸਿਸ ਵੀ ਪੈ ਗਈ, ਈਵਨ ਦੈਨ ਮੇਰੇ ਘਰ ਦੀ ਜਿਹੜੀ ਮੇਡ ਆ ਉਹ ਵੀ ਪੈ ਗਈ। 5 ਬੰਦੇ ਇੱਕੋ ਘਰ 'ਚ, ਅਸੀਂ ਅਲੱਗ-ਅਲੱਗ ਕਮਰੇ 'ਚ। ਉਸ ਦਿਨ ਮੈਂ ਅਰਦਾਸ ਕੀਤੀ, ਮੈਂ ਕਿਹਾ ਸੱਚੇ ਪਾਤਸ਼ਾਹ, ਤੂੰ ਹੀ ਸੀ ਜਿਹਨੇ ਆਪਣੇ ਬੱਚੇ ਵਾਰ ਦਿੱਤੇ, ਸਾਡੇ ਜਾਨਾਂ ਦਾ ਨਹੀਂ। ਸੇਵਾ ਤੇ ਕਰ ਸਕਦੇ ਹਾਂ ਪਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਪਰ ਹਾਂ, ਜੋ ਮਹਾਰਾਜ ਨੇ ਸੇਵਾ ਬਖਸ਼ੀ ਹੈ, ਠੀਕ ਹੋਵਾਂਗਾ, ਹੋਰ ਦੱਬ ਕੇ ਕਰਾਂਗਾ। ਔਰ ਹਜੇ ਵੀ ਸਾਡੀ ਸੇਵਾ ਚੱਲ ਰਹੀ ਹੈ ਜੀ। ਸਾਡੀ ਕੋਈ ਇੱਕ ਦਿਨ ਵੀ ਸੇਵਾ ਰੁਕੀ ਨਹੀਂ। ਸਾਡੀ ਪੂਰੀ ਟੀਮ ਉਸ ਤਰ੍ਹਾਂ ਲੱਗੀ ਹੋਈ ਜੀ, ਐਜ਼ ਇਟ ਇਜ਼ ਲੱਗੀ ਹੋਈ ਹੈ। 10-15 ਡੈਡ ਬੋਡੀ ਦੀ ਐਵਰੇਜ ਹੈ ਜੀ ਰੋਜ਼। ਤੁਹਾਡੇ ਪਰਿਵਾਰ ਦੇ ਵਿੱਚ 2 ਬੇਟੇ ਨੇ, ਮਿਸਿਸ ਨੇ, ਉਹਨਾਂ ਨੇ ਨਹੀਂ ਸੀ ਕਦੀ ਰੋਕਿਆ ਕਿ ਤੁਸੀਂ ਵੀ ਘਰੇ ਬੈਠ ਜਾਓ, ਸਾਰੇ ਜਾਣੇ ਘਰੇ ਬੈਠ ਗਏ ਆ, ਸਾਨੂੰ ਵੀ ਖਤਰਾ ਹੋ ਸਕਦਾ? ਦੇਖੋ, ਮੇਰਾ ਛੋਟਾ ਬੇਟਾ, ਉਹਦਾ ਸਬਜੈਕਟ ਹੈ, ਕਿਉਂਕਿ ਉਹ ਡਿਜ਼ਾਸਟਰ ਮੈਨੇਜਮੈਂਟ ਦਾ ਕੋਰਸ ਕਰਕੇ ਆਇਆ ਸੀ ਲੰਡਨ ਤੋਂ, ਉਹਦਾ ਸਬਜੈਕਟ ਹੈ। ਮੈਨੂੰ ਯਾਦ ਹੈ ਕਿ ਜਦੋਂ ਨੇਪਾਲ ਦੇ ਵਿੱਚ ਭੂਚਾਲ ਆਇਆ ਸੀ, ਮੈਂ ਉੱਥੇ ਵੀ ਗਿਆ ਸੀ, ਇਹਨੂੰ ਨਾਲ ਲੈ ਗਿਆ ਸੀ। ਮੈਨੂੰ ਹੋਰ ਸ਼ੌਂਕ ਉੱਠਿਆ ਉੱਥੇ ਜਾ ਕੇ ਦੇਖਣ ਦਾ। ਮੈਂ ਮਦਰਾਸ ਵੀ ਗਿਆ ਜਦੋਂ ਹੜ੍ਹ ਆਇਆ, ਮੈਂ ਕਸ਼ਮੀਰ ਵੀ ਗਿਆ, ਉੱਤਰਾਖੰਡ ਵੀ ਗਿਆ। ਜਿੱਥੇ ਵੀ ਕੋਈ ਆਪਦਾ ਆਈ ਹੈ ਮੈਂ ਪਹੁੰਚ ਜਾਂਦਾ ਜੀ ਆਪਣੀ ਟੀਮ ਲੈ ਕੇ। ਮੈਂ 500 ਯੂਨਿਟ ਬਲੱਡ ਇਕੱਠਾ ਕੀਤਾ ਜੀ। ਜਦੋਂ ਗੁਜਰਾਤ ਦੇ ਭੁਜ ਵਿੱਚ ਭੂਚਾਲ ਆਇਆ ਤੇ ਦਿੱਲੀ ਦੀ ਮੁੱਖ ਮੰਤਰੀ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਸ਼ੰਟੀ ਜੀ ਕਿਤਨਾ ਬਲੱਡ ਦੇ ਸਕਦੇ ਹੋ? ਮੈਂ ਕਿਹਾ ਜੀ 500 ਯੂਨਿਟ। ਉਹ ਦਿੱਤਾ ਸੀ। ਤੇ ਮੈਨੂੰ, ਮੇਰੇ ਬੱਚਿਆਂ ਨੂੰ ਵੀ ਜਨੂਨ ਸੀ। ਨਾਲੇ ਦੇਖੋ, ਹਰ ਕਿਸੇ ਨੂੰ ਖੁਸ਼ੀ ਹੁੰਦੀ ਕਿ ਸਾਡੇ ਘਰ ਦੇ ਵੱਡੇ ਕੋਈ ਠੀਕ ਕੰਮ ਕਰ ਰਹੇ, ਗਲਤ ਕੰਮ ਨਹੀਂ ਕਰ ਰਹੇ। ਲੇਕਿਨ ਇਹ ਐਡਾ ਵੱਡੀ ਔਕੜ ਆਏਗੀ ਨਹੀਂ ਸੋਚਿਆ ਸੀ, ਪਰ ਹੁਣ ਆਈ ਹੈ ਤਾਂ ਨਿਭਾਵਾਂਗੇ। ਔਰ ਅੱਛੇ ਜਿੰਨੇ ਮਜ਼ਬੂਤ ਹੋ ਕੇ ਨਿਭਾਵਾਂਗੇ। ਮੈਂ ਦਾਅਵਾ ਕਰਨਾ ਕਿ ਅਸੀਂ ਇਹ ਕਰੋਨਾ ਨੂੰ ਮਾਤ ਦੇ ਕੇ ਆਵਾਂਗੇ ਔਰ ਜਿੱਤ ਕੇ ਆਵਾਂਗੇ। ਅੱਛਾ, ਤੁਸੀਂ ਤਾਂ ਸਿਸਟਮ ਦੇ ਵਿੱਚੋਂ, ਹੈਲਥ ਸਿਸਟਮ ਜੋ ਸਾਡੇ ਦੇਸ਼ ਦਾ ਹੈ, ਉਹਦੇ ਵਿੱਚ ਵਿਚਰਦੇ ਹੋ ਤੁਸੀਂ, ਰੋਜ਼ ਉਸਦੇ ਵਿੱਚੋਂ ਗੱਲਾਂ ਬਾਤਾਂ ਕਰਦੇ ਹੋ, ਸਾਰਾ ਕੁਝ ਸਮਝਦੇ ਹੋ, ਐਨਾਲਿਸਿਸ ਕਰਦੇ ਹੋ।
ਇਸ ਕਰੋਨਾ ਵਾਇਰਸ ਦੇ ਵਿੱਚ ਕਿਵੇਂ ਤੁਸੀਂ ਸਮਝਿਆ ਜਾਂ ਆਪਣੇ ਸਿਸਟਮ ਨੂੰ ਕਿਵੇਂ ਦੇਖਦੇ ਹੋ ਸਾਰੇ ਨੂੰ? ਸਿਸਟਮ ਦੀ ਗੱਲ ਕਰੀਏ ਤੇ ਸਾਡੀ ਪ੍ਰਸ਼ਾਸਨ ਸਾਡੇ ਤਿਆਰ ਨਹੀਂ ਸੀ ਇਹਦੇ ਵਾਸਤੇ, ਜੀ ਔਰ ਹਜੇ ਵੀ ਤਿਆਰ ਨਹੀਂ ਆਏਗੀ। ਦਿੱਲੀ ਵਰਗਾ ਸ਼ਹਿਰ ਹੋਵੇ ਹੂੰ ਔਰ ਦਿੱਲੀ ਸਰਕਾਰ ਹੋਵੇ, ਪਤਾ ਨਹੀਂ ਕਿੰਨਾ ਬਜਟ ਹੋਣਾ, ਸੈਂਟਰ ਹੈ ਜੀ, ਰਾਸ਼ਟਰੀ ਰਾਜਧਾਨੀ ਹੈ। ਬਿਲਕੁਲ ਬਿਲਕੁਲ ਇਹਨਾਂ ਕੋਲ ਹਸਪਤਾਲਾਂ ਦੇ ਵਿੱਚ ਸਟ੍ਰੈਚਰ ਨਹੀਂ ਹੈਗੇ, ਇਹਨਾਂ ਕੋਲ ਡਾਕਟਰ ਨਹੀਂ ਹੈਗੇ, ਇਹਨਾਂ ਕੋਲ ਐਂਬੂਲੈਂਸਾਂ ਨਹੀਂ ਹੈ, ਇਹਨਾਂ ਕੋਲ ਕੋਈ ਸਾਧਨ ਹੀ ਨਹੀਂ ਹੈਗਾ ਸੀ, ਤਿਆਰ ਹੀ ਨਹੀਂ ਹੈਗੇ ਸੀ। ਆਹ ਤੇ ਜਿਹੜੀਆਂ ਗੱਲਾਂ ਤੁਸੀਂ ਦੇਖ ਰਹੇ ਹੋ ਕਿ 500 ਬੈੱਡ ਦਾ ਹਸਪਤਾਲ ਬਣਾਤਾ, 1000 ਬੈੱਡ ਦਾ ਬਣਾਤਾ, ਇਹਨਾਂ ਨੂੰ ਪੁੱਛੋ ਜਿਹੜੇ ਤੁਹਾਡੇ ਹਸਪਤਾਲ ਚੱਲਦੇ ਪਏ ਨੇ ਉੱਥੇ ਡਾਕਟਰ ਹੈ ਪੂਰੇ? ਜਾਂ ਉੱਥੇ ਤੁਹਾਡੇ ਕੋਲ ਸਾਰਾ ਇੰਤਜ਼ਾਮ ਹੈ? ਤੁਹਾਡੇ ਕੋਲ ਡੈਡ ਬੋਡੀ ਰੱਖਣ ਦੀ ਤਾਂ ਜਗ੍ਹਾ ਨਹੀਂ ਹੈਗੀ, ਤੁਹਾਡੇ ਕੋਲ ਮੋਰਚਰੀਆਂ ਪੂਰੀਆਂ ਨਹੀਂ ਹੈਗੀਆਂ। ਕੰਟੇਨਰ ਮੰਗਾ ਕੇ ਡੈਡ ਬੋਡੀਆਂ ਰੱਖੀਆਂ ਦਿੱਲੀ ਦੇ ਵਿੱਚ, ਕੰਟੇਨਰ ਦੇ ਵਿੱਚ 에ਅਰ ਕੰਡੀਸ਼ਨ। ਸਾਡੀ ਗਵਰਨਮੈਂਟ ਦਿੱਲੀ ਦੀ ਜਿਹੜੀ ਹੈ ਬਿਲਕੁਲ ਫੇਲ ਹੋਈ ਹੈ। ਇਹ ਤੇ ਜਦੋਂ ਤੋਂ ਸੈਂਟਰ ਨੇ ਥੋੜਾ ਸੰਭਾਲਿਆ ਮੋਰਚਾ ਆ ਕੇ ਦਿੱਲੀ ਦੇ ਵਿੱਚ, ਤਾਂ ਤੋਂ ਥੋੜਾ ਜਿਹਾ ਸਿਸਟਮ ਬਣਿਆ। ਹਜੇ ਉਹਦੇ ਤੇ ਵੀ ਟਾਈਮ, ਕਿਉਂਕਿ ਕੋਈ ਵੀ ਚੀਜ਼ ਨੂੰ, ਖਰਾਬ ਚੀਜ਼ ਨੂੰ ਸੰਭਾਲਣ ਟਾਈਮ ਲੱਗਦਾ ਹੈ। ਇਸ ਕਰਕੇ ਪ੍ਰਸ਼ਾਸਨ ਦੀ ਬਹੁਤ, ਇੱਕ ਮੈਂ ਛੋਟੀ ਜਿਹੀ ਗੱਲ ਹੋਰ ਦੱਸ ਦਿੰਦਾ, ਯਾਦ ਆ ਗਈ। ਮੈਂ ਜਦੋਂ ਹੁਣ ਇਸ ਲਾਈਨ ਨਾਲ ਜੁੜਿਆ ਕਰੋਨਾ ਤੇ, ਮੇਰੇ ਆਸ ਪੜੋਸ ਜਿਨ੍ਹਾਂ ਨੂੰ ਵੀ ਕਰੋਨਾ ਹੋਇਆ ਸੀ, ਮੈਂ ਉਹਨਾਂ ਦੇ ਘਰ ਸਮਾਨ ਭਿਜਵਾਉਂਦਾ ਸੀ ਰੋਜ਼, ਫੋਨ ਤੋਂ ਪੁੱਛ ਕੇ, ਹਾਂ ਬੇਟਾ ਕਿਆ ਸਰਕਾਰ ਨੇ ਸੋਚਿਆ ਤੁਸੀਂ ਆਪਣੀ ਮਰਜ਼ੀ ਨਾਲ ਤੇ ਕਹਿਤਾ ਬਾਹਰ ਮਤ ਨਿਕਲੋ, ਫਿਰ ਤੁਸੀਂ ਕਹਿਤਾ ਕਿ ਕਰੋਨਾ के साथ जीना सीख लो, ठीक, फिर ਤੁਸੀਂ ਕਹਿਤਾ ਜੀ ਆਈਸੋਲੇਟ ਹੋਣ ਦੀ ਵੀ ਜ਼ਰੂਰਤ ਨਹੀਂ ਹੈ, ਘਰ 'ਚ ਹੀ ਰਹੋ। ਤੁਹਾਡਾ ਦਿੱਲੀ ਸਰਕਾਰ ਦਾ ਮੰਤਰੀ ਬਿਮਾਰ ਹੋਇਆ, ਉਹ ਹਸਪਤਾਲ ਚਲਾ ਗਿਆ। ਲੋਕਾਂ ਨੂੰ ਤੁਸੀਂ ਕਹਿੰਦੇ ਘਰ ਰਹੋ, ਚਲੋ ਘਰ ਰਹਿ ਲਿੱਤਾ। ਘਰ 'ਚ ਰਹਿ ਕੇ 15 ਦਿਨ ਘਰ ਦੇ ਅੰਦਰ ਬੰਦ, ਉਹਨਾਂ ਨੂੰ ਦੁੱਧ ਕਿੱਥੋਂ ਆਏਗਾ, ਸਬਜ਼ੀਆਂ ਕਿੱਥੋਂ ਆਉਣਗੀਆਂ, ਆਟਾ ਕਿੱਥੋਂ ਆਏਗਾ, ਰੋਟੀ ਕਿੱਥੋਂ ਆਏਗੀ, ਦਵਾਈਆਂ ਕਿੱਥੋਂ ਆਉਣਗੀਆਂ? ਮੇਰਾ ਇਹੀ ਸਵਾਲ ਸੀ, ਮੇਰੇ ਇਹੀ ਦੋ ਸਵਾਲ ਸੀ ਕਿ ਇੱਕ ਇਹ ਕਿ ਤੁਸੀਂ ਘਰ ਦੇ ਵਿੱਚ ਕਿਉਂ ਆਈਸੋਲੇਟ ਹੋਏ ਹੋ, ਜੇ ਪੋਜ਼ਿਟਿਵ ਹੈ ਤਾਂ ਤੁਸੀਂ ਹਸਪੀਟਲ ਕਿਉਂ ਨਹੀਂ ਗਏ? ਦੂਸਰਾ ਹੈ ਕਿ ਲੋਕਾਂ ਨੇ, ਤੁਸੀਂ ਲੋਕਾਂ ਦੀ ਬਹੁਤ ਸੇਵਾ ਕੀਤੀ, ਘਰ ਘਰ ਦੇ ਵਿੱਚ ਰਾਸ਼ਨ ਦਿੱਤਾ ਜਿਹੜੇ ਪੋਜ਼ਿਟਿਵ ਵੀ ਸੀਗੇ। ਕੀ ਸਰਕਾਰ, ਪ੍ਰਸ਼ਾਸਨ ਜਾਂ ਫਿਰ ਲੋਕ ਜਿਹੜੇ ਸੇਵਾ ਸੰਸਥਾਵਾਂ ਹੈਗੀਆਂ ਨੇ, ਕੀ ਉਹ ਤੁਹਾਡੀ ਸੇਵਾ ਕਰ ਰਹੇ ਨੇ? ਮੈਂ ਉਸੇ ਗੱਲ ਤੇ ਆ ਰਿਹਾ ਕਿ ਮੈਂ ਕਰ ਰਿਹਾ ਸੀ, ਇਹ ਚੀਜ਼ ਦੇਖ ਰਿਹਾ ਸੀ, ਲੇਕਿਨ ਜਦੋਂ ਮੈਂ ਹੁਣ ਖੁਦ ਆਈਸੋਲੇਟ ਹੋਇਆ, ਮੈਨੂੰ ਲੱਗਾ ਯਾਰ ਇਹ ਤਾਂ ਬੜਾ ਕੰਮ, ਸਮਾਜ ਦੇ ਵਿੱਚ ਇਹਦੇ ਵਾਸਤੇ ਅਵੇਅਰਨੈਸ ਹੀ ਨਹੀਂ ਹੈਗੀ। ਕੋਈ ਧਾਰਮਿਕ, ਕੋਈ ਸਮਾਜਿਕ, ਕੋਈ ਰਾਜਨੀਤਿਕ ਸੰਸਥਾ ਅੱਗੇ ਹੀ ਨਹੀਂ ਆਈ ਉਹਨਾਂ ਨੂੰ ਪੁੱਛਣ ਵਾਸਤੇ, ਜਿਹੜੇ ਲੋਕ ਘਰਾਂ 'ਚ ਬੈਠੇ ਨੇ। ਚਲੋ ਮੈਂ ਸਮਰੱਥ ਹਾਂ, ਮੇਰੇ ਕੋਲ ਨੌਕਰ ਨੇ, ਮੈਂ ਫੋਨ ਕਰਨਾ, ਸਮਾਨ ਆ ਜਾਂਦਾ। ਇੱਕ ਮੱਧਮ ਵਰਗੀ ਪਰਿਵਾਰ ਦਾ ਬੰਦਾ ਕਿਹਨੂੰ ਕਹੇਗਾ ਜੀ? ਤੁਸੀਂ ਬਿਲੀਵ ਨਹੀਂ ਕਰੋਗੇ, ਤੁਸੀਂ ਬਿਲੀਵ ਨਹੀਂ ਕਰੋਗੇ ਕਿ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਆਉਂਦੀ, ਕਹਿੰਦੇ ਇਸ ਘਰ ਵਿੱਚ ਕਰੋਨਾ ਹੈ। ਮੇਰੇ ਨਾਲ ਕੱਲ ਵਾਪਰਿਆ ਕਿ ਮੇਰੇ ਘਰ ਦਾ ਇੱਕ ਟੂਟੀ ਖਰਾਬ ਹੋ ਗਈ, ਇੱਕ ਸੈਂਟਰੀ ਵਾਲਾ ਬੁਲਾਇਆ, मैं टॉप फ्लोर पे रहना वा, नीचे ਉਹਨੂੰ ਕਿਸੇ ਨੇ ਕਹਿਤਾ ਜੀ ਇਸ ਘਰ ਵਿੱਚ ਤਾਂ ਕਰੋਨਾ ਹੈ, ਤੂੰ ਟੂਟੀ ਵਾਲਾ ਭੱਜ ਗਿਆ ਜੀ। ਮੈਂ ਉਹਨੂੰ ਫੋਨ ਕੀਤਾ, ਕਹਿੰਦਾ ਜੀ ਮੈਂ ਨਹੀਂ ਆਵਾਂਗਾ, ਤੁਹਾਡੇ ਘਰ ਕਰੋਨਾ ਹੈ। ਉਹਦਾ ਇੰਨਾ ਵੱਡਾ ਡਰ ਕਿ ਕਰੋਨਾ ਦਾ ਜਿਹੜਾ ਪੇਸ਼ੈਂਟ ਹੈ ਉਹਨੂੰ ਅੱਤਵਾਦੀ ਬਣਾਤਾ। ਸੋ ਸ਼ੰਟੀ ਜੀ, ਅਸੀਂ ਤੁਹਾਡਾ ਜ਼ਿਆਦਾ ਵਕਤ ਨਹੀਂ ਲਵਾਂਗੇ। ਅਖੀਰ ਦੇ ਵਿੱਚ ਇਹੀ ਪੁੱਛਣਾ ਚਾਹੁੰਦਾ ਕਿ ਜਲਦੀ ਤੁਸੀਂ ਠੀਕ ਹੋ ਤੇ ਕੀ ਸੇਵਾ ਇਸੇ ਤਰ੍ਹਾਂ ਸ਼ੰਟੀ ਜੀ ਜਾਰੀ ਰੱਖਣਗੇ? ਮੈਂ ਆਪ ਜੀ ਦੱਸਦਾ ਕਿ ਪਿਛਲੇ 15 ਦਿਨ ਚ ਅਸੀਂ 4 ਨਵੀਆਂ ਐਂਬੂਲੈਂਸਾਂ ਹੋਰ ਖਰੀਦੀਆਂ ਨੇ। 4 ਲੋਕਾਂ ਨੇ ਡੋਨੇਟ ਕਰਤੀਆਂ ਜੀ। ਹੁਣ ਸਾਡੇ ਕੋਲ 20 ਗੱਡੀਆਂ ਹੋ ਗਈਆਂ ਨੇ। ਸਾਡੀ ਸੇਵਾ ਵਧੇਗੀ, ਘਟੇਗੀ ਨਹੀਂ, ਕਿਉਂਕਿ ਕਰੋਨਾ ਪਤਾ ਨਹੀਂ ਕਿੰਨਾ ਲੰਬਾ ਖਿੱਚ ਜਾਏ ਜੀ। ਅਸੀਂ ਜਿਹੜਾ ਦੁੱਖ ਪਾਣਾ ਸੀ ਪਾ ਲਿੱਤਾ ਜੀ। ਜਿਹੜੀ ਸਾਡੀ ਪ੍ਰੀਖਿਆ ਲੈਣੀ ਸੀ ਸੱਚੇ ਪਾਤਸ਼ਾਹ ਨੇ ਲੈ ਲਿੱਤੀ ਹੈ। ਥੋੜੀ ਹੋਰ ਜ਼ਿਆਦਾ ਪ੍ਰੀਕੋਸ਼ਨ ਲੈ ਕੇ ਅਸੀਂ ਇਹ ਕੰਮ ਨੂੰ ਵਧਾਵਾਂਗੇ, ਕਿਉਂਕਿ ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡੇ ਡਰਾਈਵਰ ਕਿਉਂ ਕਰਨਗੇ ਜੀ? ਉਹ ਵੀ ਬਾਲ ਬੱਚੇਦਾਰ ਹੈ ਜੀ, ਉਹ ਇੰਪਲਾਈ ਹੈ ਜੀ ਸਾਡੇ। ਇਸ ਕਰਕੇ ਅਸੀਂ ਇਸ ਕੰਮ ਨੂੰ ਹੋਰ ਵਧਾਵਾਂਗੇ। ਮੈਂ ਵੀ, ਮੇਰਾ ਬੇਟਾ ਜੋਤਜੀਤ, ਸਾਰੇ ਵੱਧ ਚੜ ਕੇ ਹੋਰ ਕੰਮ ਕਰਾਂਗੇ। ਠੀਕ ਹੈ ਸ਼ੰਟੀ ਜੀ, ਧੰਨਵਾਦ। ਤੁਸੀਂ ਗੱਲਬਾਤ ਕੀਤੀ ਤੇ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਤੁਸੀਂ ਤੇ ਤੁਹਾਡਾ ਪਰਿਵਾਰ ਜਲਦੀ ਠੀਕ ਹੋਵੇ ਤੇ ਲੋਕਾਂ ਦੀ ਸੇਵਾ ਉਸੇ ਤਰ੍ਹਾਂ ਹੀ ਜਾਰੀ ਕਰ ਦਿਓ ਜਦੋਂ ਤੁਸੀਂ 1995 ਦੇ ਵਿੱਚ ਜੋ ਸ਼ੁਰੂ ਕੀਤੀ ਹੈ। ਤੁਹਾਡਾ ਗੱਲਬਾਤ ਕਰਨ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਬਹੁਤ ਬਹੁਤ ਧੰਨਵਾਦ।